ਅੱਜ ਦਾ ਲੈਕਚਰ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇੱਕ ਲੈਸਨ ਅੱਜ ਦੀ ਕਲਾਸ 6ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 6ਵੀਂ ਕਲਾਸ ਦਾ ਗਣਿਤ ਦਾ ਅਧਿਆਇ ਹੈ ਸਾਡੇ ਕੋਲ ਦਸ਼ਮਲਵ ਦੇ ਵਿੱਚ ਇੱਕ ਟੌਪਿਕ ਹੈ ਦਸ਼ਮਲਵ ਸੰਖਿਆਵਾਂ ਦਾ ਜੋੜ। ਉਹਦੇ ਤੇ ਬੇਸਡ ਆਪਾਂ ਕੋਈ ਸਵਾਲ ਜਿਹੜੇ ਉਹ ਹੱਲ ਕਰਾਂਗੇ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਨੋਟਬੁੱਕ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਰੱਖ ਲਏ ਹੋਣਗੇ ਤਾਂ ਕਿ ਹਰ ਇੱਕ ਚੀਜ਼ ਨੂੰ ਹਰ ਇੱਕ ਦੱਸੇ ਜਾਂਦੇ ਫਾਰਮੂਲੇ ਨੁਕਤੇ ਨੂੰ ਤੁਸੀਂ ਨੋਟ ਵੀ ਕਰ ਸਕੋ ਤੇ ਜਿਹੜੇ ਸਵਾਲ ਅਸੀਂ ਅੱਜ ਇਸ ਕਲਾਸ ਦੇ ਵਿੱਚ ਹੱਲ ਕਰਨ ਜਾ ਰਹੇ ਹਾਂ ਉਹ ਸਵਾਲ ਵੀ ਤੁਸੀਂ ਮੇਰੇ ਨਾਲ ਹੱਲ ਕਰਨੇ ਨੇ। ਠੀਕ ਹੈ ਵਿਦਿਆਰਥੀਓ, तो आओ शुरू करते हैं अज का लैसन। हाँ जी विद्यार्थियों, स्क्रीन ते तुसी देख रहे हो साडे कोल जिहड़ा पहला सवाल है 0.75 10.425 ते 2 असी इन्हां दा जोड़फल जिहड़ा वो पता करना है। तो ਇਹਦੇ ਚ ਅਸੀਂ ਦੇਖ ਸਕਦੇ ਹਾਂ ਪਹਿਲੀ ਸੰਖਿਆ ਜਿਹੜੀ ਸਾਡੇ ਕੋਲ ਦਸ਼ਮਲਵ ਦੀ ਸੰਖਿਆ ਹੈ, ਦੂਜੀ ਵੀ ਦਸ਼ਮਲਵ ਦੀ ਸੰਖਿਆ ਹੈ, ਤੀਜੀ ਸਾਡੇ ਕੋਲ ਦਸ਼ਮਲਵ ਦੀ ਸੰਖਿਆ ਨਹੀਂ ਹੈ। ਜਿਹੜੀ ਸਾਡੇ ਕੋਲ ਦਸ਼ਮਲਵ ਦੀ ਸੰਖਿਆ ਨਹੀਂ ਹੁੰਦੀ ਇਹਦਾ ਭਾਵ ਹੈ ਕਿ ਉਹਦੇ ਤੋਂ ਅਖੀਰ ਦੇ ਵਿੱਚ ਸਭ ਤੋਂ ਉਹਦੇ ਦਸ਼ਮਲਵ ਜਿਹੜਾ ਉਹ ਲੱਗਾ ਹੁੰਦਾ ਹੈ। ਕੋਈ ਵੀ ਸੰਖਿਆ ਜਿਵੇਂ ਹੁਣ ਇਹ ਸਾਡੇ ਕੋਲ 2 ਹੈ ਤਾਂ 2 ਨੂੰ ਅਸੀਂ 2 ਦਸ਼ਮਲਵ ਫਿਰ ਪਿੱਛੇ ਨਾਲ ਜਿਹੜਾ 0 ਲਿਖ ਸਕਦੇ ਹਾਂ। ਠੀਕ ਹੈ, 1 0 2 0 3 0 ਅਸੀਂ ਪਾ ਸਕਦੇ ਹਾਂ ਜੋ ਵੀ ਸਾਡੀ ਰਿਕੁਆਇਰਮੈਂਟ ਹੈ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਇਸ ਦੇ ਯੋਗ ਕਰਦੇ ਹਾਂ ਕਿ ਇਹ ਸੰਖਿਆਵਾਂ ਨੂੰ ਆਪਸ ਦੇ ਵਿੱਚ ਜੋੜਿਆ ਜਾ ਸਕੇ। ਠੀਕ ਹੈ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਾਡੇ ਕੋਲ ਦਸ਼ਮਲਵ ਵਾਲੀਆਂ ਸੰਖਿਆਵਾਂ ਜਿਨ੍ਹਾਂ ਦਾ ਅਸੀਂ ਜੋੜਫਲ ਪਤਾ ਕਰਨਾ ਹੁੰਦਾ ਹੈ ਉਹਦੇ ਵਿੱਚ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਜਿਹੜੇ ਇੱਕੋ ਜਿਹੇ ਅੰਕਾਂ ਦੀ ਗਿਣਤੀ ਜਿਹੜੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਪਹਿਲੀ ਸੰਖਿਆ ਦੇ ਵਿੱਚ ਅੰਕਾਂ ਦੀ ਗਿਣਤੀ 2 ਹੈ ਦਸ਼ਮਲਵ ਤੋਂ ਬਾਅਦ, ਫਿਰ ਸਾਡੇ ਕੋਲ ਅੰਕਾਂ ਦੀ ਗਿਣਤੀ 3 ਹੈ। ਤੀਸਰੀ ਸੰਖਿਆ ਦੇ ਵਿੱਚ ਸਾਡੇ ਕੋਲ ਦਸ਼ਮਲਵ ਤੋਂ ਬਾਅਦ ਕੋਈ ਵੀ ਅੰਕ ਇੱਥੇ ਨਹੀਂ ਦਿੱਤਾ ਹੋਇਆ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਜੋੜਨਯੋਗ ਕਰਾਂਗੇ। ਇਸੇ ਤਰ੍ਹਾਂ ਦਸ਼ਮਲਵ ਤੋਂ ਪਹਿਲਾਂ ਵਾਲੇ ਅੰਕਾਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਦੂਸਰੀ ਸੰਖਿਆ 'ਚ ਸਾਡੇ ਕੋਲ 2 ਅੰਕ ਦਿੱਤੇ ਗਏ ਨੇ। ਪਹਿਲੀ ਸੰਖਿਆ ਦੇ ਵਿੱਚ ਸਾਡੇ ਕੋਲ ਸਿਰਫ 1 ਅੰਕ ਦਿੱਤਾ ਗਿਆ ਹੈ ਔਰ ਤੀਸਰੀ ਸੰਖਿਆ ਦੇ ਵਿੱਚ ਸਾਡੇ ਕੋਲ 2 ਹੈ। ਠੀਕ ਹੈ, ਤਾਂ ਇਹਨੂੰ ਅਸੀਂ ਪਹਿਲਾਂ ਤਾਂ ਲਿਖਾਂਗੇ ਇਸ ਢੰਗ ਦੇ ਨਾਲ ਤਾਂ ਕਿ ਇਹਨਾਂ ਨੂੰ ਜੋੜਿਆ ਜਾ ਸਕੇ। 0.075 ਇਸ ਤੋਂ ਬਾਅਦ ਦੂਸਰੀ ਜਿਹੜੀ ਸੰਖਿਆ ਇਹਨੂੰ ਅਸੀਂ ਲਿਖ ਸਕਦੇ ਹਾਂ 10.425। ਇਸ ਤੋਂ ਬਾਅਦ ਜਿਹੜੀ ਤੀਸਰੀ ਸੰਖਿਆ ਹੈ ਇਹਨੂੰ ਅਸੀਂ ਲਿਖ ਸਕਦੇ ਹਾਂ 0.20000। ਠੀਕ ਹੈ, ਤਾਂ ਹੁਣ ਇਹਨਾਂ ਸੰਖਿਆਵਾਂ ਨੂੰ ਆਪਾਂ ਜੋੜ ਸਕਦੇ ਹਾਂ। ਸੋ ਜੋੜਨ ਦੇ ਲਈ ਆਪਾਂ ਇਹਨਾਂ ਨੂੰ ਲਿਖ ਲੈਂਦੇ ਹਾਂ 0.750। ਇਸ ਤੋਂ ਬਾਅਦ 10.425। ਇਸ ਤੋਂ ਬਾਅਦ 0.20000। ठीक है, तो ये सारियां संख्यावां दा जोड़फल जिहड़ा 5 सब तो पहला साडे कोल इत्थे 5 आएगा और ਜਦੋਂ ਅਸੀਂ 1000ਵੇਂ ਅੰਕਾਂ ਨੂੰ ਜੋੜਿਆ ਸਾਡੇ ਕੋਲ 5 ਆਇਆ। 100ਵੇਂ ਅੰਕਾਂ ਨੂੰ ਜੋੜਾਂਗੇ ਤਾਂ 5 ਤੇ 2 ਸਾਡੇ ਕੋਲ 7 ਬਣ ਜਾਂਦੇ ਨੇ। ਇਸੇ ਤਰ੍ਹਾਂ 10ਵੇਂ ਅੰਕਾਂ ਨੂੰ ਅਸੀਂ ਜੋੜਾਂਗੇ 7 ਤੇ 4 ਸਾਡੇ ਕੋਲ 11 ਨੇ। 11 ਦਾ 1 ਅਸੀਂ ਇੱਥੇ ਲਿਖਾਂਗੇ, 1 ਜਿਹੜਾ ਅੱਗੇ ਕੈਰੀ ਕਰਾਂਗੇ। ਠੀਕ ਹੈ, तो अगला ਜਿਹੜਾ ਸਾਡੇ ਕੋਲ ਇੱਥੇ ਦਸ਼ਮਲਵ ਆਏਗਾ। ਇਸ ਤੋਂ ਬਾਅਦ ਫਿਰ ਅਗਰ ਅਸੀਂ ਇਕਾਈ ਦੇ ਅੰਕਾਂ ਨੂੰ ਜੋੜਦੇ ਹਾਂ ਤਾਂ ਇਹ ਸਾਡੇ ਕੋਲ 2 ਤੇ 1 3 ਬਣਦੇ ਨੇ ਔਰ ਦਹਾਈ ਦੇ ਅੰਕ ਸਾਡੇ ਕੋਲ ਜਿਹੜਾ 1 ਬਣਦਾ ਹੈ। ਠੀਕ ਹੈ, तो पहले सवाल का ਜਿਹੜਾ ਸਾਡੇ ਕੋਲ ਉੱਤਰ ਹੈ ਉਹ ਕੀ ਬਣਦਾ ਹੈ 13.175। ठीक है, तो ਇਹ ਸਾਡੇ ਕੋਲ ਬਣ ਗਿਆ ਹੈ ਪਹਿਲੇ ਸਵਾਲ ਦਾ ਉੱਤਰ। ਠੀਕ, ਇਸੇ ਢੰਗ ਦੇ ਨਾਲ ਅਸੀਂ ਦੂਸਰਾ ਸਵਾਲ ਜਿਹੜਾ ਉਹਨੂੰ ਵੀ ਹੱਲ ਕਰਾਂਗੇ। दूसरे सवाल ਦੇ ਵਿੱਚ ਜਿਹੜੀ ਪਹਿਲੀ ਸੰਖਿਆ ਹੈ ਸਾਡੇ ਕੋਲ 280.69। फिर साडे कोल संख्या है 25.2। फिर साडे कोल संख्या है 38 ਦੇ ਨਾਲ ਕੋਈ ਵੀ ਦਸ਼ਮਲਵ ਨਹੀਂ ਹੈ। तो ਇਹਨਾਂ ਨੂੰ ਪਹਿਲਾਂ ਅਸੀਂ ਲਿਖ ਲੈਣੇ ਇਸ ਢੰਗ ਦੇ ਨਾਲ ਕਿ ਇਹਨਾਂ ਨੂੰ ਜੋੜਿਆ ਜਾ ਸਕੇ। तो 280.69 ਪਹਿਲੀ ਸੰਖਿਆ। ਦੂਸਰੀ ਸੰਖਿਆ ਜਿਹੜੀ ਹੈ ਉਹ ਸਾਡੇ ਕੋਲ ਹੈ 25.2। 2 ਦੇ ਨਾਲ ਆਪਾਂ 0 ਲਗਾ ਲਾਂਗੇ ਤਾਂ ਕਿ ਦਸ਼ਮਲਵ ਤੋਂ ਬਾਅਦ ਸਾਡੇ ਕੋਲ ਜਿਹੜੀ ਅੰਕਾਂ ਦੀ ਗਿਣਤੀ ਹੈ ਉਹ 2 ਹੋ ਜਾਏ। ਇਸ ਤੋਂ ਬਾਅਦ ਤੀਸਰੀ ਜਿਹੜੀ ਸੰਖਿਆ ਹੈ 38, ਇਹਨੂੰ ਅਸੀਂ 38.0000 ਲਿਖ ਲੈਂਦੇ ਹਾਂ। ਠੀਕ ਹੈ, तो ਹੁਣ ਅਸੀਂ ਇਹਨਾਂ ਸੰਖਿਆਵਾਂ ਦਾ ਜਿਹੜਾ ਜੋੜਫਲ ਹੈ ਉਹ ਪਤਾ ਕਰਾਂਗੇ। तो पहली संख्या ਸਾਡੇ ਕੋਲ ਹੈ 280.69। ठीक है, दूसरी संख्या ਸਾਡੇ ਕੋਲ है 25.20। ठीक है, ਇਹਦੇ ਵਿੱਚ ਖਾਸ ਖਿਆਲ ਰੱਖਣਾ ਹੈ 25 ਨੂੰ 2 ਦੇ ਥੱਲੇ ਨਹੀਂ ਸ਼ੁਰੂ ਕਰਨਾ, 2 ਨੂੰ 2 ਦੇ ਥੱਲੇ
और 5 ਨੂੰ 8 ਦੇ ਥੱਲੇ ਨਹੀਂ ਲਿਖ ਦੇਣਾ, ਦਸ਼ਮਲਵ ਦਾ ਧਿਆਨ ਰੱਖਣਾ ਹੈ। ਦਸ਼ਮਲਵ ਦੇ ਨੀਚੇ ਹੀ ਦਸ਼ਮਲਵ ਜਿਹੜਾ ਹੇਠਾਂ ਲਿਖਿਆ ਜਾਣਾ ਚਾਹੀਦਾ ਹੈ। ਇਹ ਜਿਹੜੀ ਜਗ੍ਹਾ ਸਾਡੇ ਕੋਲ ਖਾਲੀ ਬਚ ਗਈ ਹੈ, ਇਹਨੂੰ ਅਸੀਂ 0 ਲਿਖ ਲਵਾਂਗੇ। ਠੀਕ ਹੈ। ਇਸ ਤੋਂ ਬਾਅਦ ਤੀਸਰੀ ਜਿਹੜੀ ਸੰਖਿਆ ਹੈ ਉਹ ਸਾਡੇ ਕੋਲ ਹੈ 38.00 ਤੇ ਇੱਥੇ ਵੀ ਸਾਡੇ ਕੋਲ ਅੱਗੇ ਜਿਹੜਾ 0 ਉਹ ਆ ਜਾਏਗਾ। तो ਇਹਨਾਂ ਦਾ ਜੋੜ ਅਸੀਂ ਕਰਦੇ ਹਾਂ। ਸਭ ਤੋਂ ਪਹਿਲਾਂ 100ਵੇਂ ਅੰਕ ਜਿਹੜੇ ਸਾਡੇ ਕੋਲ 9 ਬਣਦਾ ਹੈ, 100ਵੇਂ ਅੰਕਾਂ ਦਾ ਜੋੜ। ਫਿਰ 10ਵੇਂ ਅੰਕਾਂ ਦਾ ਜੋੜ ਸਾਡੇ ਕੋਲ 6 ਤੇ 2 8 ਬਣਦਾ ਹੈ। ਔਰ ਇਕਾਈ ਦੇ ਵਿੱਚ ਸਾਡੇ ਕੋਲ 8 5 13 13 ਦਾ 3 ਅਸੀਂ ਇੱਥੇ ਲਿਖਾਂਗੇ, ਇੱਕ ਜਿਹੜਾ ਉੱਪਰ ਹਾਸਲ ਚਲੇ ਜਾਏਗਾ ਸਾਡੇ ਕੋਲ। 8 ਤੇ 1 9, 9 ਤੇ 2 11, 11 ਤੇ 3 14, 14 ਦਾ 4 ਇੱਥੇ ਆਏਗਾ, ਇੱਕ ਜਿਹੜਾ ਅੱਗੇ ਫਿਰ ਹਾਸਲ ਚਲਾ ਜਾਏਗਾ, 2 ਤੇ 1 ਸਾਡੇ ਕੋਲ 3। ਠੀਕ ਹੈ। तो ਸਾਡੇ ਕੋਲ ਇਸ ਤਰ੍ਹਾਂ ਇਸ ਸਵਾਲ ਦਾ ਜਿਹੜਾ ਉੱਤਰ ਹੈ ਉਹ ਕੀ ਬਣ ਜਾਂਦਾ ਹੈ 343.89। ਠੀਕ। तो ਇਹ ਸਾਡੇ ਕੋਲ ਲੋੜੀਂਦਾ ਉੱਤਰ ਹੈ ਇਸ ਦਸ਼ਮਲਵ ਸੰਖਿਆਵਾਂ ਦੇ ਜੋੜਫਲ ਵਾਲੇ ਸਵਾਲ ਦਾ। ਠੀਕ ਹੈ ਵਿਦਿਆਰਥੀਓ। ਹਾਂਜੀ ਵਿਦਿਆਰਥੀਓ, ਤੇ ਅਗਲਾ ਸਵਾਲ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਰਸ਼ੀਦ ਨੇ 35 ਰੁਪਏ 35.75 ਰੁਪਏ ਵਿੱਚ ਗਣਿਤ ਦੀ ਅਤੇ 32.60 ਰੁਪਏ ਵਿੱਚ ਦੀ ਵਿਗਿਆਨ ਦੀ ਪੁਸਤਕ ਖਰੀਦੀ। ਰਸ਼ੀਦ ਵੱਲੋਂ ਕੁੱਲ ਖਰਚ ਕੀਤੀ ਗਈ ਰਕਮ। ਤੋਂ ਇਹਦੇ ਸਭ ਤੋਂ ਪਹਿਲਾਂ ਆਪਾਂ ਗਣਿਤ ਦੀ ਪੁਸਤਕ ਦੀ ਕੀਮਤ ਲਿਖਾਂਗੇ, ਫਿਰ ਅਸੀਂ ਵਿਗਿਆਨ ਦੀ ਪੁਸਤਕ ਦੀ ਕੀਮਤ ਲਿਖਾਂਗੇ, ਫਿਰ ਕੁੱਲ ਜਿਹੜਾ ਖਰਚ ਹੈ ਉਹ ਦੋਨਾਂ ਨੂੰ ਜੋੜ ਕੇ ਸਾਨੂੰ ਪਤਾ ਚੱਲ ਜਾਏਗਾ। ਠੀਕ ਹੈ। तो आओ देखते हैं ਆਪਾਂ ਇਹਨੂੰ ਕਿਵੇਂ ਕਰਨਾ ਹੈ। गणित ਦੀ पुस्तक ਤੇ ਕੀਤਾ ਗਿਆ ਖਰਚ। गणित ਦੀ पुस्तक ਤੇ ਕੀਤਾ ਗਿਆ ਖਰਚ। ਹਾਂਜੀ ਬੱਚਿਓ, ਇਹ ਸਾਡੇ ਕੋਲ ਹੈ ਰੁਪਏ 35.75। ठीक। और विज्ञान की पुस्तक ते कीता गया खर्च विज्ञान की पुस्तक ते कीता गया खर्च। ये साडे कोल है 32.60 रुपए। ठीक है। तो कुल किया गया खर्च ਉਹਦੇ ਲਈ ਅਸੀਂ ਦੋਨਾਂ ਨੂੰ ਜੋੜ ਦੇਾਂਗੇ। कुल किया गया खर्च। ਹਾਂਜੀ। तो ਉਹਦੇ ਲਈ ਅਸੀਂ ਕੀ ਕਰਾਂਗੇ 35.75 ਨੂੰ ਅਸੀਂ ਜੋੜ ਦੇਾਂਗੇ 32.60 ਦੇ ਵਿੱਚ। ਠੀਕ ਹੈ। तो ਇਹਨਾਂ ਦਾ ਜੋੜਫਲ ਜਿਹੜਾ ਉਹ ਸਾਡੇ ਕੋਲ ਕਿੰਨਾ ਬਣੇਗਾ 35.75 ਜਮਾ 32.60। तो 6 ਦੇ ਵਿੱਚ 100ਵੇਂ ਅੰਕਾਂ ਨੂੰ ਅਸੀਂ ਜੋੜਾਂਗੇ 6 ਤੇ 0 5 ਤੇ 0 ਜਿਹੜਾ ਸਾਡੇ ਕੋਲ 5 ਬਣਦਾ ਹੈ। और 7 6 ਸਾਡੇ ਕੋਲ 13 13 ਦਾ 3 ਅਸੀਂ ਇੱਥੇ ਲਿਖਾਂਗੇ, ਇੱਕ ਜਿਹੜਾ ਅੱਗੇ ਹਾਸਲ ਲਿਆ ਜਾਏਗਾ, ਫਿਰ ਸਾਡੇ ਕੋਲ ਨੀਚੇ ਜਿਹੜਾ ਦਸ਼ਮਲਵ ਆ ਜਾਏਗਾ। 5 ਤੇ 1 6 6 ਤੇ 2 ਸਾਡੇ ਕੋਲੇ 8 ਬਣ ਜਾਂਦੇ ਨੇ। ਠੀਕ ਹੈ। ਇਸੇ ਤਰ੍ਹਾਂ 3 3 ਸਾਡੇ ਕੋਲ 6। ਸੋ ਟੋਟਲ ਜਿਹੜੀ ਅਮਾਉਂਟ ਹੈ ਉਹ ਖਰਚੀ ਗਈ ਹੈ ਉਹ ਸਾਡੇ ਕੋਲ ਕਿੰਨੀ ਬਣਦੀ ਹੈ 68 ਰੁਪਏ 68.35 ਰੁਪਏ। ਠੀਕ ਹੈ। ਇਹਨੂੰ ਅਸੀਂ 68 ਰੁਪਏ 35 ਪੈਸੇ ਵੀ ਕਹਿ ਸਕਦੇ ਹਾਂ। ठीक। तो ये साडे कोल इस सवाल दा उत्तर बन जाता है। ठीक विद्यार्थियों। इस तो बाद अगला सवाल तुसी स्क्रीन ते देख सकते हो कि राधिका दी मां ने उसनू 10.50 रुपए दिते अते पिता ने 15.80 रुपए दिते। उसदे मां पिता द्वारा दिती गई कुल रकम पता करो। ठीक है। तो ये बिल्कुल पिछले सवाल की तरह आप जो मां ने रकम दी है और जो पिता ने रकम दी है दोनों का असीं जोड़फल करांगे तो साडे कोल कुल रकम जिहड़ी राधिका नूं मिली है वो सानूं पता चल जाएगा। आप लिखते हैं पिता द्वारा दिती गई रकम पिता द्वारा दिती गई रकम
ठीक है। तो ये साडे कोल है 15.80। इस तो बाद मां द्वारा दी गई रकम, मां द्वारा दी गई रकम ये है 50। ठीक है। तो हुण मां पिता द्वारा कुल दी गई रकम, कुल दी गई रकम, कुल दी गई रकम के लिए आपां की करांगे 15.80 ते 10.50 नूं 50 नूं आपां जोड़ देंगे। ठीक। ठीक। और दोनों का जोड़फल पता कर लेने आपां 15.80 जमा 10.50। तो 0 साढ़े को 0 ही रहेगा, 8 5 साढ़े को 13, 13 का 3 इत्थे लिखा जाएगा, एक हासिल लावांगे आपां दशमलव, हेठां दशमलव आ जाएगा, 5 ते 1 साढ़े कोल 6 बन जाते हैं। ठीक। इकाई दे अंकां दा जोड़ साढ़े को 6 बनता है, इसी तरह दहाई दे अंकां दा जोड़ जिहड़ा साढ़े कोल 2 बनेगा। सो टोटल कुल जिहड़ी रकम राधिका नूं मिली है वो कितनी बन जाती है 26.36। ठीक है। तो ये साडे कोल इस सवाल का उत्तर होएगा। इस तो बाद अगला सवाल तुसी स्क्रीन ते देख सकते हो। नसरीन ने अपनी कमीज दे लई 3 मीटर 20 सेंटीमीटर कपड़ा खरीदिया अते 2 मीटर 5 सेंटीमीटर पेंट वास्ते खरीदिया। उस वालों खरीदे गए कपड़े दी कुल लंबाई पता करो। ठीक है। तो ये सब तो पहला आपां लिखांगे कमीज लई कपड़ा या कमीज दे कपड़े दी लंबाई, कमीज दे कपड़े दी लंबाई। हाँ जी विद्यार्थियों, तो ये साडे कोल कितनी है 3 मीटर ते 20 सेंटीमीटर। ठीक है। तो इनू असी मीटर दे विच बदलांगे, 3 मीटर नू असी इसे ढंग दे नाल लिख लांगे और सेंटीमीटर जिहड़ा इनू मीटर च बदलण वास्ते सानू की करना पएगा, 1 मीटर दे विच साडे कोल 100 सेंटीमीटर हुंदे ने, तो सेंटीमीटर नू अगर मीटर दे विच बदलना सानू इनू 100 दे नाल भाग करना पैंदा है। ठीक। तो ये साडे कोल 20/100 मीटर हो जाएगा और ये साडे कोल बन जाएगा 3 मीटर जमा 0.20 मीटर। ठीक है। 20 ਨੂੰ ਜਦੋਂ ਅਸੀਂ 100 ਨਾਲ ਭਾਗ ਕਰਾਂਗੇ ਸਾਡੇ ਕੋਲ 0.20 ਜਿਹੜਾ ਬਣ ਜਾਏਗਾ। तो ਇਹਨੂੰ ਅਸੀਂ ਜੋੜਾਂਗੇ ਤਾਂ ਇਹ ਸਾਡੇ ਕੋਲ ਬਣ ਜਾਂਦਾ ਹੈ 3.20 मीटर। तो कुल ਜਿਹੜਾ ਕਮੀਜ਼ ਦਾ ਕਪੜਾ ਹੈ ਉਹ ਸਾਡੇ ਕੋਲ 3.20 है। ठीक है। इस तो बाद ਜਿਹੜਾ ਪੈਂਟ ਵਾਸਤੇ ਕਪੜਾ ਖਰੀਦਿਆ ਹੈ ਉਹ ਅਸੀਂ ਲਿਖਾਂਗੇ ਪੈਂਟ ਦੇ ਕਪੜੇ ਦੀ ਲੰਬਾਈ पैंट दे कपड़े दी लंबाई तुसी देख सकते हो क्वेश्चन दे विच सानू पैंट दे कपड़े दी जिहड़ी लंबाई है वो 2 मीटर 5 सेंटीमीटर दिती गई, 2 मीटर 5 सेंटीमीटर। ठीक है। तो 5 सेंटीमीटर ਨੂੰ ਵੀ ਆਪਾਂ ਮੀਟਰ ਦੇ ਵਿੱਚ ਬਦਲਣ ਵਾਸਤੇ ਇਹਨੂੰ 100 ਦੇ ਨਾਲ ਭਾਗ ਕਰ ਦੇਾਂਗੇ। ਇਹ ਸਾਡੇ ਕੋਲ 5/100 मीटर बन जाएगा। ठीक है। तो ये साडे कोल बनेगा 2 मीटर 5 ਨੂੰ 100 ਨਾਲ ਜਦੋਂ ਅਸੀਂ ਭਾਗ ਕਰਾਂਗੇ ਸਾਡੇ ਕੋਲ 0.05 ਬਣ ਜਾਏਗਾ। ठीक है। 0.05 मीटर ਤੇ ਇਹ ਜਦੋਂ ਅਸੀਂ 2 ਮੀਟਰ ਦੇ ਵਿੱਚ ਜੋੜਦੇ ਆਂ ਇਹ ਸਾਡੇ ਕੋਲ 2.05 मीटर ਜਿਹੜਾ ਉਹ ਬਣ ਜਾਂਦਾ ਹੈ। ठीक है। तो ਪੈਂਟ ਦਾ ਕਪੜਾ ਜਿਹੜਾ ਸਾਨੂੰ ਪਤਾ ਚੱਲ ਗਿਆ ਹੈ 2.05 मीटर है ਤੇ ਕਮੀਜ਼ ਦਾ ਕਪੜਾ ਸਾਡੇ ਕੋਲ 3.20
20 मीटर है। ठीक है, तो उस वालों खरीदे गए कुल कपड़े की कीमत, कुल कपड़े की लंबाई जी असी पता करने वास्ते सानू क्या गया है। तो ये दोनों का असी कमीज के कपड़े की लंबाई और पेंट के कपड़े की लंबाई का जो जोड़फल वो कर देंगे तो साडे कोल कुल कपड़े की लंबाई जी आ जाएगी। ठीक, तो कपड़े कुल कपड़े की लंबाई या कुल खरीदे गए कपड़े की लंबाई। कुल खरीदे गए कपड़े की लंबाई। हाँ जी, तो ये 3.20 नू ऐड करांगे असी 2.05 दे विच। ठीक है, तो इन्हां दोनों का जोड़ जो असी करते हैं साडे कोल 3.20 और 2.05 100वें अंकां नूं असीं जोड़ांगे साडे कोल 5 बनेगा, 10वें अंकां नूं जोड़ांगे साडे कोल 2 बनता है, फिर दशमलव साडे कोल आएगा और इकाई के अंकां नूं जोड़न ते साडे कोल 5 बनता है। ठीक है, तो कुल कपड़े की जिहड़ी लंबाई है साडे कोल 5.25 मीटर बनती है। ठीक है, तो 5.25 मीटर नूं असीं 5 मीटर 25 सेंटीमीटर भी लिख सकते। ठीक, तो इस तरह साडे कोल जिहड़ा इस सवाल का उत्तर है वो बन जाता है। नसरीन वालों खरीदे गए कपड़े की कुल लंबाई की है 5 मीटर 25 सेंटीमीटर। ठीक है, तो ये साडे कोल इस सवाल का उत्तर है। हाँ जी, तो अगला सवाल तुसी देख सकते हो। सुनीता अपने स्कूल पहुंचने लई 15 किलोमीटर 268 मीटर की दूरी बस राही, 7 किलोमीटर ਅਤੇ 7 मीटर की दूरी कार राही ਅਤੇ 500 मीटर की दूरी पैदल तय करती है। उसका स्कूल उसके घर तो कितनी दूर है। ठीक है, जो घर तो सुनीता स्कूल वास्ते जाती है, रास्ता अपना तय करती है, बस विच तय करती है, कार विच तय करती है ते पैदल तय करती है। ठीक है, पैदल तय करती है। तो ये आपां जिहड़ियां तीनों दूरियां ने उन्हां नूं पहलां असीं मीटर दे विच बदलांगे। हर एक दूरी नूं मीटर दे विच बदलण तो बाद फिर असीं उन्हां दा जोड़फल जिहड़ा ओह करांगे ते जोड़ करन ते सानूं पता चल जाएगा कि सुनीता दा स्कूल ओहदे घर तो कितनी दूर है। ठीक है, तो आओ असीं लिखते हैं सब तो पहला हल। सब तो पहला असीं लिखांगे बस राही तय कीती दूरी। बस राही तय की दूरी साडे कोल है 15 किलोमीटर ਅਤੇ 268 मीटर। तो 268 मीटर ਨੂੰ ਅਸੀਂ ਕਿਲੋਮੀਟਰ ਦੇ ਵਿੱਚ ਬਦਲਣਾ ਹੈ। ਇਹਦੇ ਨਾਲ ਦੇ ਸਵਾਲ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ, ਤਾਂ ਉਸੇ ਢੰਗ ਦੇ ਨਾਲ ਆਪਾਂ ਕਿਲੋਮੀਟਰ ਨੂੰ ਮੀਟਰ ਨੂੰ ਕਿਲੋਮੀਟਰ ਵਿੱਚ ਬਦਲਾਂਗੇ। 268 ਨੂੰ ਅਸੀਂ 1000 ਦੇ ਨਾਲ ਭਾਗ ਕਰਾਂਗੇ ਤੇ ਇਹ ਸਾਡੇ ਕੋਲ ਕਿਲੋਮੀਟਰ ਦੇ ਵਿੱਚ बदल जाएगा। ठीक है, तो ये साडे कोल बनता है 15 किलोमीटर जमा 0.268 किलोमीटर। और कुल जिहड़ा बस राही तय किया गया सफर है, बस राही तय की गई दूरी है, वो साडे कोल 15.268 किलोमीटर बन जाती है। ठीक है विद्यार्थियों, तो इसे ढंग दे नाल हुण असीं देखांगे कि कार दे राही सुनीता ने कितनी दूरी तय की। तो कार राही तय की गई दूरी कार राही तय की गई दूरी।
तो ये साडे कोल बनदी है 7 किलोमीटर ਅਤੇ 7 मीटर। तो ਇਹਦੇ ਵਿੱਚ 7 ਮੀਟਰ ਨੂੰ 7 ਕਿਲੋਮੀਟਰ ਦੇ ਵਿੱਚ 7 ਮੀਟਰ ਨੂੰ ਕਿਲੋਮੀਟਰ ਦੇ ਵਿੱਚ ਬਦਲਣ ਦੇ ਲਈ ਅਸੀਂ 7 ਨੂੰ ਕੀ ਕਰਾਂਗੇ 1000 ਦੇ ਨਾਲ ਭਾਗ ਕਰ ਦਿਆਂਗੇ ਤੇ 7 ਦੇ ਵਿੱਚ ਜੋੜ ਦਿਆਂਗੇ। तो 7 ਨੂੰ ਜਦੋਂ ਅਸੀਂ 1000 ਨਾਲ ਭਾਗ ਕਰਾਂਗੇ ਸਾਡੇ ਕੋਲ ਕਿਲੋਮੀਟਰ ਦੇ ਵਿੱਚ ਬਦਲ ਜਾਏਗਾ। ਠੀਕ ਹੈ, 7 ਨੂੰ 1000 ਦੇ ਨਾਲ ਭਾਗ ਕਰਨ ਤੇ ਜੋ ਸਾਡੇ ਕੋਲ ਸੰਖਿਆ ਪ੍ਰਾਪਤ ਹੁੰਦੀ ਹੈ ਉਹ ਸਾਡੇ ਕੋਲ ਬਣ ਜਾਏਗੀ 0.007 ਕਿਲੋਮੀਟਰ। ठीक 0.007। तो ये साडे कोल टोटल जिहड़ी कार राहीं तय कीती दूरी है वो 7.007 किलोमीटर बन जाएगी। ठीक है विद्यार्थियों, तो इसे ढंग दे नाल हुण असीं पैदल तय कीती दूरी जिहड़ी सुनीता राहीं है वो देखते हैं। तो सुनीता ने पैदल जिहड़ी दूरी तय कीती है वो 500 मीटर है। तो असीं इत्थे लिखांगे पैदल तय कीती दूरी। पैदल तय कीती दूरी, हाँ जी, ये है 500 मीटर। तो 500 मीटर ਨੂੰ ਜਦੋਂ ਅਸੀਂ ਕਿਲੋਮੀਟਰ ਦੇ ਵਿੱਚ ਬਦਲਾਂਗੇ ਤਾਂ ਕੀ ਕਰਨਾ ਪਏਗਾ ਸਾਨੂੰ 1000 ਦੇ ਨਾਲ ਇਹਨੂੰ ਭਾਗ ਕਰਨਾ ਪਏਗਾ ਤੇ ਇਹ ਸਾਡੇ ਕੋਲ ਕਿਲੋਮੀਟਰ ਬਣ ਜਾਣਗੇ। तो 500 मीटर ਨੂੰ ਕਿਲੋਮੀਟਰ ਚ ਬਦਲਣ ਲਈ 1000 ਨਾਲ ਭਾਗ ਕਰਨ ਤੇ ਜੋ ਸਾਡੇ ਕੋਲ ਸੰਖਿਆ ਬਣੇਗੀ 0.500 किलोमीटर। ठीक है, सो प्यारे बच्चों साडे कोल कार राही तय कीती, बस राही तय कीती ते पैदल तय कीती, तीनों दूरियां जिहड़ियां सानू प्राप्त हो गईयां ने 15.268 किलोमीटर, बस राही कार राही 7.007 किलोमीटर और इसी तरह पैदल जिहड़ी दूरी तय कीती है वो साडे कोल सुनीता ने 0.500 किलोमीटर कीती है। तो ये सब नूं असीं जोड़ देंगे तो साडे कोल कुल तय कीती दूरी आ जाएगी। कुल तय कीती दूरी ही साडे कोल सुनीता दे स्कूल दा घर तो जिहड़ा डिस्टेंस है वो होएगा। ठीक है, तो हुण असीं लिखदे हां सुनीता द्वारा कुल तय कीती गई दूरी। सुनीता द्वारा कुल तय कीती गई दूरी, हाँ जी। तो ये साडे कोल बनेगी सब तो पहला दूरी जिहड़ी साडे कोल कार राही तय कीती है बस राही 15.268 किलोमीटर, 15.268 किलोमीटर। इस तो बाद ਇਹਦੇ ਚ ਅਸੀਂ जोड़ांगे कार राही तय कीती दूरी 7.007 किलोमीटर। इस तो बाद ਇਹਦੇ ਵਿੱਚ ਅਸੀਂ जोड़ांगे पैदल तय कीती दूरी जो कि 0.500 किलोमीटर है। ठीक है, दशमलव ਦੇ ਥੱਲੇ ਹੀ ਦਸ਼ਮਲਵ ਜਿਹੜਾ ਆਣਾ ਚਾਹੀਦਾ ਹੈ ਸਾਰੀਆਂ ਸੰਖਿਆਵਾਂ ਦੇ ਵਿੱਚ। तो ਇਹਨਾਂ ਨੂੰ ਹੁਣ ਅਸੀਂ जोड़ांगे, ਇਹ ਜਿਹੜੀਆਂ ਖਾਲੀ ਸਥਾਨ ਸਾਡੇ ਕੋਲ ਬਚ ਜਾਂਦੇ ਨੇ ਇਹ ਅਸੀਂ ਪੂਰੇ ਕਰ ਲੈਣੇ ਆ ਜ਼ੀਰੋ ਲਗਾ ਕੇ। तो सब तो पहला 1000वें अंਕਾਂ ਨੂੰ ਅਸੀਂ जोड़ांगे 8 ਤੇ 7 ਸਾਡੇ ਕੋਲੇ 15 ਬਣਦੇ ਨੇ, ਇੱਥੇ 5 ਆਏਗਾ। ठीक है, ਇੱਕ ਹਾਸਲ 6 ਤੇ 1 7, तो 100वें अंਕਾਂ ਦਾ ਜੋੜ ਜਿਹੜਾ ਸਾਡੇ ਕੋਲ 7 ਬਣਦਾ ਹੈ। ਇਸ ਤੋਂ ਬਾਅਦ 10वें अंਕਾਂ ਦਾ ਜੋੜ 20 ਸਾਡੇ ਕੋਲ 7 ਬਣਦਾ ਹੈ, 2 ਤੇ 5 7। ਇਕਾਈ ਦੇ ਅੰਕ 7 5 12, 12 ਦਾ 2 ਅਸੀਂ ਇੱਥੇ ਲਿਖਾਂਗੇ, ਇੱਕ ਜਿਹੜਾ ਅੱਗੇ ਹਾਸਲ ਲਵਾਂਗੇ 1 ਤੇ 1 2, ਦਹਾਈ ਦੇ ਅੰਕਾਂ ਦਾ ਜੋੜਫਲ ਜਿਹੜਾ ਸਾਡੇ ਕੋਲ 2 ਬਣ ਜਾਂਦਾ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਸੁਨੀਤਾ ਕੁੱਲ ਜਿਹੜੀ ਦੂਰੀ ਤੈਅ ਕਰਦੀ ਹੈ ਉਹ 22.775 ਕਿਲੋਮੀਟਰ ਹੈ। तो ਇਹ ਸਾਡੇ ਕੋਲ ਸੁਨੀਤਾ ਦੁਆਰਾ ਕੁੱਲ ਤੈਅ ਕੀਤੀ ਦੂਰੀ ਹੈ। तो ਇਹ ਹੀ ਸਾਡੇ ਕੋਲ ਸੁਨੀਤਾ ਦੇ ਸਕੂਲ ਦੀ ਘਰ ਤੋਂ ਦੂਰੀ ਹੋਏਗੀ। ਠੀਕ ਹੈ, तो ਅਸੀਂ ਅਖੀਰ ਦੇ ਵਿੱਚ ਜਿਹੜਾ ਇੱਥੇ ਲਿਖ ਦੇਵਾਂਗੇ ਇਸ ਤਰ੍ਹਾਂ ਸੁਨੀਤਾ ਦੇ ਸਕੂਲ ਦੀ ਘਰ ਤੋਂ ਦੂਰੀ 22.775 किलोमीटर है। ठीक है, और 22.775 किलोमीटर जिहड़ा है इहनूं असीं
22 किलोमीटर ਅਤੇ 775 मीटर भी लिख सकते हैं। ठीक है विद्यार्थियों, तो ये साडे कोल इस सवाल का हल है। सो इस तो बाद अगला सवाल जिहड़ा तुसीं स्क्रीन ते देख सकते हो कि रवि ने 5 किलोग्राम 400 ग्राम चौल 2 किलोग्राम खंड ਅਤੇ 100 किलोग्राम 850 ग्राम आटा खरीदे। उस द्वारा की गई कुल खरीददारी का कुल भार पता करो। ठीक है, तो ये ਆਪਾਂ ਤਿੰਨ ਜਿਹੜੀਆਂ ਚੀਜ਼ਾਂ ਉਹਨੇ ਖਰੀਦੀਆਂ ਨੇ ਤਿੰਨਾਂ ਦਾ ਜਿਹੜਾ ਭਾਰ ਹੈ ਉਹ ਪਹਿਲਾਂ ਕਿਲੋਗ੍ਰਾਮ ਦੇ ਵਿੱਚ ਆਪਾਂ ਬਦਲਾਂਗੇ, ਫਿਰ ਉਸ ਨੂੰ ਉਹਨਾਂ ਤਿੰਨਾਂ ਦਾ ਜੋੜਫਲ ਜਿਹੜਾ ਪਤਾ ਕਰਕੇ ਆਪਾਂ ਕੁੱਲ ਖਰੀਦਦਾਰੀ ਦਾ ਭਾਰ ਪਤਾ ਕਰ ਸਕਦੇ ਹਾਂ। ਠੀਕ ਹੈ, ਤਾਂ ਆਓ ਲਿਖਦੇ ਹਾਂ ਆਪਾਂ ਸਭ ਤੋਂ ਪਹਿਲਾਂ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਚੌਲਾਂ ਦਾ ਭਾਰ। ਚੌਲਾਂ ਦਾ ਭਾਰ ਹੈ ਸਾਡੇ ਕੋਲ 5 ਕਿਲੋਗ੍ਰਾਮ ਅਤੇ 400 ग्राम। ठीक है, तो ये आप ग्राम ਨੂੰ किलोग्राम ਦੇ ਵਿੱਚ ਬਦਲ ਸਕਦੇ ਹਾਂ ਜਿਵੇਂ ਆਪਾਂ ਪਹਿਲੇ ਸਵਾਲਾਂ ਦੇ ਵਿੱਚ ਕਰਕੇ ਆਏ ਹਾਂ। ਇਹਨੂੰ ਮੈਂ ਡਾਇਰੈਕਟ ਹੁਣ ਇੱਥੇ ਲਿਖਾਂਗਾ 5.400 किलोग्राम। ठीक है, ਜਦੋਂ ਅਸੀਂ 400 ਨੂੰ 1000 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ 0.400 ਬਣ ਜਾਏਗਾ, ਜਿਹਨੂੰ ਕਿ ਅਸੀਂ 5 ਦੇ ਵਿੱਚ ਜੋੜ ਕੇ संख्या ये प्राप्त कर लवांगे। ठीक है, इस तो बाद खंड का भार। खंड का भार है साढ़े कोल 2 किलोग्राम इस तो बाद आटे का भार। आटा जो खरीदा है उसने 100 किलोग्राम सौ किलोग्राम 850 ग्राम। सो इसनों भी आप किलोग्राम दे विच लिख सकते हैं, तो साडे कोल 100.850 किलोग्राम बन जाएगा। ठीक है विद्यार्थियों, तो हुण खरीददारी दा कुल भार कीती गई खरीददारी दा कुल भार। हाँ जी, ये साडे कोल की बनेगा, इहदे विच असीं 5.400 किलोग्राम ਦੇ ਵਿੱਚ ਅਸੀਂ ਜੋੜ ਦੇਾਂਗੇ ਖੰਡ ਦਾ ਭਾਰ ਜੋ ਕਿ ਸਾਡੇ ਕੋਲ 2 ਕਿਲੋਗ੍ਰਾਮ ਹੈ। 2 ਕਿਲੋਗ੍ਰਾਮ ਨੂੰ ਅਸੀਂ 2.000 ਕਿਲੋਗ੍ਰਾਮ ਲਿਖ ਸਕਦੇ ਹਾਂ। ਅੱਗੇ ਵੀ 2 ਜ਼ੀਰੋ ਇੱਥੇ ਅਸੀਂ 2 ਸਿਫਰਾਂ ਜਿਹੜੀਆਂ ਉਹ ਲਗਾ ਦੇਾਂਗੇ। ਇਸ ਤੋਂ ਬਾਅਦ ਆਟੇ ਦਾ ਭਾਰ ਹੈ ਸਾਡੇ ਕੋਲ 100 किलोग्राम 850 ग्राम 100.850 किलोग्राम। ठीक है, तो हुण असीं इन्हां दा जोड़ कर देंगे। सब तो पहला 1000वें अंकां दा जोड़ साडे कोल जिहड़ा सिफर बनदा, इस तो बाद 100वें अंकां दा जोड़ 5, 10वें अंकां दा जोड़ 8 4 12 है, 12 दा 2 साडे कोल इत्थे आएगा, 1 जिहड़ा हासिल चलिया जाएगा, 5 ते 1 6 6 ते 2 8, तो इकाई दे अंकां दा जोड़ साडे कोल 8 है। इस तो बाद दहाई दे अंकां दा जोड़ साडे कोल 0 है और इकाई दे अंकां दा जोड़ साडे कोल 1 है। ठीक है, सो कीती गई खरीददारी दा कुल भार 108.250 किलोग्राम ਜਾਂ ਇਹਨੂੰ ਅਸੀਂ ਕੀ ਲਿਖ ਸਕਦੇ ਹਾਂ, ਇਸ 108 ਕਿਲੋਗ੍ਰਾਮ 250 ग्राम है।
ठीक है विद्यार्थियों, तो ये साडे कोल ब्रैकेट है अज दे इस लैसन का आखिरी सवाल है। ठीक जी, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਕਲਾਸ ਦੇ ਵਿੱਚ ਜੋ ਅਸੀਂ ਡਿਸਕਸ ਕੀਤਾ ਹੈ, ਜੋ ਪੁਆਇੰਟ ਅਸੀਂ ਡਿਸਕਸ ਕੀਤੇ ਨੇ, ਜੋ ਸਵਾਲ ਅਸੀਂ ਹੱਲ ਕੀਤੇ ਨੇ, ਹਰ ਇੱਕ ਸਵਾਲ ਨੂੰ ਬਹੁਤ ਚੰਗੇ ਢੰਗ ਦੇ ਨਾਲ ਤੁਸੀਂ ਸਮਝਿਆ ਹੋਵੇਗਾ ਤੇ ਆਪਣੀ ਨੋਟਬੁੱਕ ਤੇ ਨੋਟ ਵੀ ਕੀਤਾ ਹੋਵੇਗਾ। ਠੀਕ ਹੈ ਵਿਦਿਆਰਥੀਓ, ਤੋਂ ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੌਪਿਕ ਦੇ ਨਾਲ ਫਿਰ ਦੁਬਾਰਾ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।